23 ਮਾਰਚ ਅੱਜ ਦੇ ਦਿਨ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਹੈ। ਕਾਹਦੀ ਛੁੱਟੀ ਅੱਜ? ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ ਜੀ ਅੱਜ। ਜਨਮ ਦਿਨ ਹੈ? ਹਾਂ, ਸ਼ਹੀਦੀ ਦਿਵਸ ਸੌਰੀ। ਪੱਕਾ ਸੋਚ ਆਈ ਐਮ ਕਨਫਿਊਜ਼। ਭਗਤ ਸਿੰਘ ਬਾਰੇ ਪੜ੍ਹੋਗੇ? ਨਹੀਂ ਮੈਨੂੰ ਮਹਿਸੂਸ ਹੀ ਨਹੀਂ ਹੁੰਦਾ। ਕੋਈ ਇੱਥੇ ਮੈਨੂੰ ਨਹੀਂ ਲੱਗਦਾ ਸਮਾਜਵਾਦ ਨੂੰ ਲਿਆਉਣਾ ਚਾਹੂਗਾ। ਗੋਰੇ ਬਾਗੇ ਦੀ ਗੱਲ ਆ ਗਈ। ਹੁਣ ਵੀ ਕੁਛ ਆਈ ਉਹੀ ਲੋਕਾਂ ਕੋਲ ਹੁਣ ਪਾਵਰ ਆ, ਵੱਡੇ ਲੋਕਾਂ ਕੋਲ। ਆਮ ਲੋਕਾਂ ਨੂੰ ਕੋਈ ਨਹੀਂ ਪੁੱਛਦਾ ਜੀ। ਬੁਰਾ ਹਾਲ ਆ ਜੀ, ਬੇਰੁਜ਼ਗਾਰੀ ਕਿੰਨੀ ਆ ਤੁਸੀਂ ਦੇਖ ਲਓ। ਸ਼ੋ ਆਫ ਬ੍ਰਾਂਡਸ, ਨਸ਼ੇ, ਬਸ ਇਹੀ ਚੀਜ਼ਾਂ ਨੇ। ਪੜ੍ਹਨ ਤੋਂ ਤਾਂ ਕੰਨੀ ਕਤਰਾਉਂਦੇ ਨੇ। ਜੋ ਸਾਨੂੰ ਸਹੀ ਸੇਧ ਦਿੰਦਾ ਆ ਉਦੋਂ ਤੋਂ ਤਾਂ ਭੱਜਦੇ ਨੇ ਸਾਰੇ। ਉਹਨਾਂ ਦੇ ਜਿਹੜੇ ਵਿਚਾਰ ਸੀਗੇ, ਤੁਹਾਨੂੰ ਲੱਗਦਾ ਨੌਜਵਾਨਾਂ ਨੂੰ ਜਿਹੜੀ ਉਹ ਸੇਧ ਦੇ ਕੇ ਗਏ ਆ, ਨੌਜਵਾਨ ਉਹ ਸੇਧ ਤੇ ਤੁਰ ਰਹੇ ਆ? ਵਿੱਚ ਤੁਰ ਵੀ ਰਹੇ, ਵਿੱਚ ਨਹੀਂ ਵੀ ਤੁਰ ਰਹੇ। ਬਾਈ ਜੀ ਸਤਿ ਸ਼੍ਰੀ ਅਕਾਲ। ਸੀਗਾ ਇੱਥੇ ਪੜ੍ਹਦੇ ਹੋ? ਨਹੀਂ, ਡੀਏਵੀ ਕਾਲਜ। ਅੱਜ ਛੁੱਟੀ ਹੈ? ਹਾਂਜੀ, ਕਾਹਦੀ ਛੁੱਟੀ ਅੱਜ? ਭਗਤ ਸਿੰਘ ਸ਼ਹੀਦੀ ਦਿਵਸ। ਉਹਨਾਂ ਦਾ ਅੱਜ ਸ਼ਹੀਦੀ ਦਿਵਸ ਹੈ। ਉਹਨਾਂ ਨੂੰ ਕਿੱਦਾਂ ਦੀ ਸ਼ਰਧਾਂਜਲੀ ਦੇ ਰਹੇ ਹੋ ਅੱਜ? ਦੇਖਿਓ, ਉਹਨਾਂ ਪੁਰਸ਼ਾਂ ਨੂੰ ਤਾਂ ਸ਼ਰਧਾਂਜਲੀ ਸਾਡੇ ਲਈ ਤਾਂ ਔਖਾ ਹੈ। ਇਹੋ ਜਿਹੇ ਮਹਾਂਪੁਰਸ਼ਾਂ ਲਈ ਅਸੀਂ ਤਾਂ ਨਹੀਂ ਇੱਦਾਂ ਕੁਝ ਕਰ ਸਕਦੇ, ਬਟ ਹਾਂ ਇੱਕ ਰਿਮੈਂਬਰੈਂਸ ਬਣਾ ਸਕਦੇ ਆਪਣੇ ਮਾਈਂਡ 'ਚ, ਯਾਦ ਕਰਕੇ ਉਹਨਾਂ ਨੂੰ ਕਿ ਉਹਨਾਂ ਨੇ ਕੀ ਕਰਿਆ ਸਾਡੇ ਵਾਸਤੇ, ਦੇਸ਼ ਵਾਸਤੇ ਕੀ ਕਰਿਆ। ਆਈ ਥਿੰਕ ਉਹਨਾਂ ਵਾਂਗੂ ਹੀ ਰਹਿ ਕੇ ਜਾਂ ਉਹਨਾਂ ਦੀ ਜਿਵੇਂ ਉਹ ਰਹੇ ਹੈ, ਜੋ ਸਿੱਖਿਆਵਾਂ ਉਹਨੇ ਸਾਨੂੰ ਦਿੱਤੀਆਂ, ਉਹਨਾਂ ਦੇ ਵਾਂਗੂ ਉਹਨਾਂ ਦੇ ਰਾਹ 'ਚ ਚੱਲ ਕੇ ਸ਼ਾਇਦ ਆਪਾਂ ਉਸ ਤੋਂ ਵੱਡੀ ਸ਼ਰਧਾਂਜਲੀ ਨਹੀਂ ਦੇ ਸਕਦੇ ਉਹਨਾਂ ਨੂੰ। ਤੁਹਾਨੂੰ ਲੱਗਦਾ ਨੌਜਵਾਨ ਜਿਹੜਾ ਹੈਗਾ ਉਹਨਾਂ ਦੀ ਸਿੱਖਿਆ ਦਿੱਤੀ ਸਿੱਖਿਆ ਨੂੰ ਫੋਲੋ ਕਰ ਰਿਹਾ? ਕਰਨਾ ਚਾਹੀਦਾ, ਪਰ ਹਾਂ ਸਾਰੇ ਦਾ ਆਪਣਾ ਅਲੱਗ-ਅਲੱਗ ਨਜ਼ਰੀਆ ਹੈ ਉਸ ਨੂੰ ਫੋਲੋ ਕਰਨ ਦਾ। ਬਟ ਹਾਂ ਕਈ ਕਰ ਰਹੇ ਆ, ਜੋ ਕਰ ਰਹੇ ਉਹ ਕਰ ਰਿਹਾ, ਜੋ ਨਹੀਂ ਹੈ ਉਹ ਫਿਰ ਆਪਣੇ ਰਾਹ ਹੈ। ਇਹ ਧੰਨਵਾਦ ਜੀ। ਬਾਈ ਜੀ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ। ਇੱਥੇ ਪੜ੍ਹਦੇ ਹੋ ਤੁਸੀਂ? ਨਹੀਂ, ਮੈਂ ਤੇ ਨਹੀਂ ਪੜ੍ਹਦਾ। ਕਿੱਥੇ ਪੜ੍ਹਦੇ ਹੋ? ਮੈਂ ਐਕਚੁਅਲੀ ਜੌਬ ਕਰ ਰਿਹਾ। ਅੱਛਾ ਜੀ। ਜੀ। ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ। ਤੁਸੀਂ ਉਹਨਾਂ ਦਾ ਸਲੋਗਨ ਦੱਸ ਸਕਦੇ ਹੋ ਮੈਨੂੰ? ਸ਼ਹੀਦ ਆਜ਼ਮ ਭਗਤ ਸਿੰਘ ਦਾ ਸਲੋਗਨ ਇੱਕ ਜਿਹੜਾ ਫੇਮਸ ਹੈਗਾ, ਵੈਸੇ ਉਹਨਾਂ ਦੇ ਇਤਿਹਾਸ ਬਾਰੇ ਮੈਂ ਜ਼ਿਆਦਾ ਇੰਨਾ ਪੜ੍ਹਿਆ ਨਹੀਂ ਹੈਗਾ। ਇਨਕਲਾਬ ਜ਼ਿੰਦਾਬਾਦ ਉਹਨਾਂ ਦਾ ਇਨਕਲਾਬ ਜ਼ਿੰਦਾਬਾਦ। ਹਾਂਜੀ, ਪੂਰਾ ਸਲੋਗਨ ਕੀ ਸੀ? ਹੁਣ ਮੈਨੂੰ ਇਸੇ ਯਾਦ ਨਹੀਂ ਹੈ। ਅੱਜ ਦੇ ਟਾਈਮ ਦੇ ਵਿੱਚ ਜਿਹੜੀ ਯੁਵਾ ਪੀੜ੍ਹੀ ਹੈਗੀ ਹੈ, ਮੈਨੂੰ ਇਹ ਲੱਗਦਾ ਕਿ ਉਹ ਆਪਣਾ ਰਸਤਾ ਭਟਕ ਚੁੱਕੀ ਹੈ। ਯਾਨੀ ਕਿ ਜਿਹੜੇ ਉਹਨਾਂ ਨੂੰ ਯੁਵਾ ਪੀੜ੍ਹੀ ਨੂੰ ਕੰਮ ਕਰਨੇ ਚਾਹੀਦੇ ਹੈ, ਉਹ ਆਪਣਾ ਰਸਤਾ ਭੁੱਲ ਕੇ ਜਿਹੜੇ ਹੈਗੇ ਗਲਤ ਨੀਤੀਆਂ 'ਤੇ ਚੱਲ ਪਏ ਆ। ਜਿਵੇਂ ਕਿ ਮੋਸਟਲੀ ਯੁਵਾ ਜੋ ਹੈਗੇ ਆ ਅੱਜ ਮਲਟੀਮੀਡੀਆ ਦੇ ਵਿੱਚ ਪੜ੍ਹਾਈ ਨੂੰ ਜਿਹੜਾ ਮੁੱਖ ਨਾ ਰੱਖਦੇ ਹੋਏ ਉਹ ਮਤਲਬ ਮਲਟੀਮੀਡੀਆ ਮੋਬਾਈਲਾਂ ਦੇ ਵਿੱਚ ਜਾਂ ਕਿਤੇ ਹੋਰ ਕੰਮਾਂ ਵਿੱਚ ਟਾਈਮ ਵੇਸਟ ਕਰਨਾ ਜ਼ਿਆਦਾ ਪਸੰਦ ਕਰਦੇ ਆ, ਇੰਟਰਟੇਨਮੈਂਟ ਕਰਨਾ ਜ਼ਿਆਦਾ ਪਸੰਦ ਕਰਦੇ ਆ, ਜੋ ਕਿ ਉਹਨਾਂ ਨੂੰ ਜਿਵੇਂ ਕਿਸੇ ਨੇ ਕਿਹਾ ਸੀ ਵੀ ਜਵਾਨ ਏਜ ਦੇ ਵਿੱਚ ਜੇ ਅਸੀਂ ਆਪਣੇ ਲਕਸ਼ ਲੈ ਕੇ ਚੱਲਦੇ ਆ, ਪੜ੍ਹਾਈ ਨੂੰ ਮੁੱਦਾ ਲੈ ਕੇ ਚੱਲਦੇ ਆ, ਤਾਂ ਉਹਦੇ ਵਿੱਚ ਸਾਡੇ ਜਿਹੜੇ ਹੈਗਾ ਫਿਊਚਰ ਬਰਾਈਟ ਹੋ ਸਕਦਾ ਹੈ। ਜੇ ਸਾਨੂੰ ਐਜੂਕੇਸ਼ਨ ਹੋਏਗੀ, ਅਸੀਂ ਆਪਣੇ ਹੱਕਾਂ ਦੀ ਗੱਲ ਕਰ ਸਕਦੇ ਹਾਂ, ਅਸੀਂ ਆਪਣੇ ਰਾਈਟ ਦੀ ਜਿਹੜੇ ਹੈਗੇ ਆ ਉਹ ਸਰਕਾਰਾਂ ਤੋਂ ਮੰਗ ਕਰ ਸਕਦੇ ਹਾਂ। ਤੁਹਾਨੂੰ ਲੱਗਦਾ ਨੌਜਵਾਨ ਭਗਤ ਸਿੰਘ ਦੇ ਜਿਹੜੇ ਵਿਚਾਰ ਸੀ ਉਹਨਾਂ ਤੇ ਚੱਲ ਰਹੇ? ਨਹੀਂ, ਬਿਲਕੁਲ ਨਹੀਂ ਚੱਲ ਰਹੇ ਜੀ, 1% ਵੀ ਨਹੀਂ ਚੱਲ ਰਹੇ ਹੈਗੇ। ਜੋ ਭਗਤ ਸਿੰਘ ਦੇ ਵਿਚਾਰ ਸੀ, ਆਜ਼ਾਦੀ ਦਾ ਮਤਲਬ ਸਿਰਫ ਫਿਜ਼ੀਕਲ ਆਜ਼ਾਦੀ ਨਹੀਂ ਹੁੰਦਾ, ਮੈਂਟਲੀ ਆਜ਼ਾਦੀ ਵੀ ਹੁੰਦਾ ਹੈਗਾ। ਅੱਜ ਅਸੀਂ ਸਰਕਾਰਾਂ ਦੇ ਮੈਂਟਲੀ ਗੁਲਾਮ ਹੋ ਚੁੱਕੇ ਹਾਂ। ਜਿਵੇਂ ਕੋਈ ਕਹਿੰਦਾ ਹੈ ਕਿ ਅਸੀਂ ਤਾਂ ਪੱਕੇ ਬੀਜੇਪੀ ਹੈਗੇ ਆ, ਅਸੀਂ ਪੱਕੇ ਕਾਂਗਰਸੀ ਹੈਗੇ ਆ, ਜਾਂ ਕੋਈ ਹੋਰ ਪਾਰਟੀ ਦੇ ਅਸੀਂ ਪੱਕੇ ਲੀਡਰ ਹੈਗੇ ਆ। ਇਹਦਾ ਮਤਲਬ ਇਹ ਹੈ ਕਿ ਅਸੀਂ ਉਹਨਾਂ ਪਾਰਟੀ ਨੂੰ ਉਹਨਾਂ ਦੇ ਕੰਮਾਂ ਬਾਰੇ ਬਿਨਾਂ ਜਾਣੇ ਅਸੀਂ ਉਹਦੇ ਮਾਨਸੀ ਗੁਲਾਮ ਹੋ ਗਏ। ਅਸੀਂ ਪਾਰਟੀ ਕਿਹੜੀ ਚੰਗੀ ਹੈ ਕਿਹੜੀ ਮਾੜੀ ਇਹਦਾ ਵਿਚਾਰ ਕੀਤੇ ਬਿਨਾਂ ਹੀ ਉਹਨਾਂ ਦੇ ਆਪਣੇ ਆਪ ਨੂੰ ਗੁਲਾਮ ਕਰ ਦਿੱਤਾ। ਤੇ ਇਹਦਾ ਮਤਲਬ ਅਸੀਂ ਭਗਤ ਸਿੰਘ ਦੇ ਵਿਚਾਰਾਂ ਤੇ ਨਹੀਂ ਚੱਲ ਰਹੇ, ਅਸੀਂ ਮਾਨਸਿਕ ਤੌਰ ਤੇ ਗੁਲਾਮ ਹਾਂ। ਕਿਤੇ ਨਾ ਕਿਤੇ ਇੱਥੇ ਸਾਨੂੰ ਜਿਹੜੀ ਇਹ ਵਿਚਾਰ ਕਰਨ ਦੀ ਲੋੜ ਹੈ। ਅੱਜ ਕਲਾਸਾਂ नहीं लगी? नहीं, आज तो छुट्टी थी। कादी छुट्टी आज शहीद भगत सिंह जी के शहीदी के ऊपर। हाँ जी। ਤਾਂ ਅੱਜ ਦੇ ਦਿਨ ਉਹ ਸ਼ਹੀਦ ਹੋਏ ਸੀ, ਉਹਨਾਂ ਨੂੰ ਫਾਂਸੀ ਮਿਲੀ ਸੀ। ਤੁਹਾਨੂੰ ਪਤਾ ਕਿੰਨੇ ਦਿਨਾਂ ਦਾ ਫਾਸਟ ਰੱਖਿਆ ਸੀ ਉਹਨਾਂ ਨੇ? नहीं, फास्ट का तो अभी इतना
पता नहीं, अभी मैं एक्चुअली लाइब्रेरी आया था, वही पढ़ना था मैंने आज हिस्ट्री का ही। ਅੱਜ ਤੁਸੀਂ ਉਹਨਾਂ ਬਾਰੇ ਪੜ੍ਹਨਾ ਹੈ। उन्हें बारे नहीं पढ़ना, मतलब हिस्ट्री की एक बुक ली है मैंने, वही पढ़ रहा था मैं, अभी पहुंचूंगा वहाँ तक। हाँ जी, ਹੁਣ ਸ਼ਹੀਦ ਭਗਤ ਸਿੰਘ ਬਾਰੇ ਕਿੰਨਾ ਕੁ ਜਾਣਦੇ ਹੋ ਤੁਸੀਂ? काफ़ी हद तक जानते हैं। अब आप क्वेश्चन के ऊपर भी डिपेंड करता है, कैसा क्वेश्चन पूछोगे। ਤੁਸੀਂ ਦੱਸੋ ਜੋ ਤੁਹਾਨੂੰ ਪਤਾ ਹੈ, ਸਾਨੂੰ ਦੋ ਗੱਲਾਂ ਦੱਸੋ ਉਹਨਾਂ ਬਾਰੇ। मतलब भगत सिंह जी के बारे में, मतलब काफ़ी अच्छे रिवॉल्यूशनरी थे वो लाला लाजपत राय जी को अपना जो है गुरु मानते थे। उन्होंने जो मतलब मेन, जहाँ तक मैंने पढ़ा है, उनको जो फांसी हुई थी वो भी इसी वजह से हुई थी कि लाला लाजपत राय जो साइमन कमीशन के खिलाफ जब वो प्रोटेस्ट कर रहे थे, उसके खिलाफ उनको जब लाठीचार्ज हुआ था उनके खिलाफ, तो उसमें लाला लाजपत राय जी जो थी उनकी मृत्यु हो गई थी। तो वो शहीद भगत सिंह जी का ये मानना था कि उनकी मृत्यु एक ऐसे मतलब नॉर्मल सा ही सिपाही था जिसके लाठी से उनकी मृत्यु हुई थी, तो भगत सिंह जी के द्वारा वो सहन नहीं हो पाई थी वो बात, तो इसीलिए फिर उन्होंने उसके रिवेंज के लिए जो वो सिपाही था उनके ऊपर गोली चलाई थी, तो उस करके उनको जो है फांसी हुई थी बाद में। और जो उनका जो ग्रेट इंसिडेंट है जिसके लिए वो वर्ल्ड फेमस है कि उन्होंने पार्लियामेंट में जाके वो बॉम्ब ब्लास्ट किया था एक्चुअली में वो। ਕਲੋਨਿਜ਼ਮ ਦੇ ਅਗੇਂਸਟ, ਬਸਤੀਵਾਦ ਦੇ ਅਗੇਂਸਟ ਉਹ ਲੜਦੇ ਆਏ हाँ जी, ਆਪਾਂ ਨੂੰ ਆਜ਼ਾਦ ਕਰਨ ਲਈ। ਤੁਹਾਨੂੰ ਲੱਗਦਾ ਸਰੀਰਕ ਤੌਰ ਤੇ ਤਾਂ ਆਪਾਂ ਆਜ਼ਾਦ ਹੋ ਗਏ ਹਾਂ, ਕੀ ਮਾਨਸਿਕ ਤੌਰ ਤੇ हिंदी में बोल सकते हैं। ਲਾਈਕ ਫਿਜ਼ੀਕਲੀ ਤਾਂ ਆਪਾਂ ਆਜ਼ਾਦ ਹੋ ਗਏ ਹਾਂ, ਤੁਹਾਨੂੰ ਲੱਗਦਾ ਮੈਂਟਲੀ ਆਪਾਂ ਆਜ਼ਾਦ ਹੈਗੇ? हाँ जी, मेंटली के तो देखिए अब ये तो अपनी अपनी सोच होती है। जैसे मानने वाले तो ये भी नहीं मानते कि हिंदुस्तान कभी गुलाम था, वो तो अपनी सोच होती है ना। अगर जो मान लेंगे कि हम गुलाम थे तो आज भी बोलेंगे कि हम गुलाम हैं। अगर जो नहीं कहते कि हम गुलाम नहीं थे, वो तो वो मुग़लों के खिलाफ भी लड़े थे, वो अंग्रेज़ों के खिलाफ भी लड़े थे, वो अपने आप को कभी गुलाम मानते ही नहीं थे। वो तो सप्रेशन के अगेंस्ट लड़े थे, ऑपरेशन के अगेंस्ट लड़े थे, जो उनके ऊपर ऑपरेशन होता था। ये तो सिर्फ ये मैंटलिटी की बात है अब। ਪਰ ਹੌਲੀ ਹੌਲੀ ਜਿਹੜੀ ਵੈਲਥ ਹੈ ਉਹ ਡਰੇਨ ਹੋ ਰਹੀ ਹੈ। ਇੰਨੀਆਂ ਸਾਰੀਆਂ MNCs ਬਾਹਰੋਂ ਇੱਥੇ ਖੜੀਆਂ ਕੀਤੀਆਂ ਗਈਆਂ। ਤੁਹਾਨੂੰ ਲੱਗਦਾ ਇੱਧਰ ਦਾ ਜਿਹੜਾ ਪੈਸਾ ਹੈ ਉੱਧਰ ਜਾ ਰਿਹਾ? ਭਾਵੇਂ ਤੁਸੀਂ ਜਿਹੜੇ ਸ਼ੂਜ਼ ਪਾਏ ਹੈ, ਜਿਹੜੀ ਘੜੀ ਲਾਈ ਹੈ, ਇਹ ਸਾਰੀਆਂ ਬ੍ਰਾਂਡਸ ਬਾਹਰ ਦੀਆਂ। ਤੁਹਾਨੂੰ ਇਹ ਨਹੀਂ ਲੱਗਦਾ ਜਿਹੜੀ ਵੈਲਥ ਹੈ ਉਹ ਡਰੇਨ ਹੋ ਰਹੀ है? देखिए अब ये तो टेक्नोलॉजी की बात है, अब इसमें हम कोई राय दे नहीं सकते। अब अगर बाहर की टेक्नोलॉजी अच्छी है तो जाहिर सी बात हम अच्छी चीज़ों की तरफ ही जाएंगे। अगर इंडिया की कोई अच्छी चीज़ आती है तो हम उसकी तरफ भी जाएंगे। अब जैसे इंडिया की, जैसे आप देख लीजिए, जैसे रतन टाटा जी हैं। अब जैसे इंडिया का सबसे एग्जाम्पल है, जैसे अब जियो ले लीजिए। जियो मतलब हमें काफ़ी सस्ते में प्रोवाइड की गई, तो जाहिर सी बात है पूरे इंडिया की जो वो जो लोग थे वो उसकी तरफ डाइवर्ट हुए, जाहिर सी बात है, क्योंकि उन्होंने उसने बेनिफिट दिए। टेक्नोलॉजी का तो देखिए तो वही होता है कि जो हमें अच्छी टेक्नोलॉजी प्रोवाइड करेगा, चाहे इंडिया की हो चाहे बाहर की, वो तो फिर उसी की तरफ ही जाएंगे हम। ਤਾਂ ਜੇ ਇੱਥੇ ਆਪਾਂ ਨੂੰ ਬੈਟਰ ਚੀਜ਼ਾਂ ਮਿਲਣਗੀਆਂ ਤਾਂ ਬਾਹਰ ਦੀਆਂ ਆਪਾਂ ਨਾ ਲਵਾਂਗੇ। हाँ जी, ये तो ऑब्वियस सी बात है मैम। ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ। ਉਹਨਾਂ ਦਾ ਜਨਮ ਸਥਾਨ ਕੀ ਸੀ, ਯਾਦ ਦੱਸੋ? ਭਗਤ ਸਿੰਘ ਦਾ ਜੀ, ਹਾਂਜੀ, ਉਹਨਾਂ ਦਾ ਜੀ ਪਾਕਿਸਤਾਨ ਸੀ, ਚੱਕ ਨੰਬਰ 5 ਜੀ, ਲਹਿਰਪੁਰ ਜ਼ਿਲ੍ਹਾ ਸੀ। ਬੰਗਾ। ਹਾਂਜੀ, ਬਈ ਉਹਨਾਂ ਨੇ ਕਲੋਨਿਜ਼ਮ ਦੇ ਖਿਲਾਫ ਫਾਂਸੀ ਮਿਲੀ ਉਹਨਾਂ ਨੂੰ, ਹਨਾ, ਉਹਦੇ ਪਿੱਛੇ ਲੜੇ। ਤੁਹਾਨੂੰ ਲੱਗਦਾ ਆਪਾਂ ਮਾਨਸਿਕ ਤੌਰ ਤੇ ਫ੍ਰੀ ਹੋ ਗਏ ਹਾਂ, ਆਜ਼ਾਦੀ ਮਿਲ ਗਈ ਆਪਾਂ ਨੂੰ? ਸਰੀਰਕ ਤੌਰ ਤੇ ਭਾਵੇਂ ਆਪਾਂ ਨੂੰ ਆਜ਼ਾਦੀ ਮਿਲ ਗਈ ਹੈ, ਪਰ ਤੁਹਾਨੂੰ ਲੱਗਦਾ ਉਹ ਆਪਾਂ ਆਜ਼ਾਦ ਆ? ਨਹੀਂ ਮਾਨਸਿਕ ਤੌਰ ਤੇ ਆਪਾਂ ਆਜ਼ਾਦ ਹੈ ਨਹੀਂ, ਹੈ ਨਹੀਂ। ਉਹਨਾਂ ਦੇ ਜਿਹੜੇ ਵਿਚਾਰ ਸੀਗੇ, ਤੁਹਾਨੂੰ ਲੱਗਦਾ ਨੌਜਵਾਨਾਂ ਨੂੰ ਜਿਹੜੀ ਉਹ ਸੇਧ ਦੇ ਕੇ ਗਏ ਆ, ਨੌਜਵਾਨ ਉਹ ਸੇਧ ਤੇ ਤੁਰ ਰਹੇ ਆ? ਵਿੱਚ ਤੁਰ ਵੀ ਰਹੇ, ਵਿੱਚ ਨਹੀਂ ਵੀ ਤੁਰ ਰਹੇ ਜੀ। ਉਹ ਕਿਵੇਂ? ਵੇਖੋ ਹੁਣ ਜਿਵੇਂ ਪੰਜਾਬ ਸਭ ਤੋਂ ਵੱਡਾ ਮੁੱਦਾ ਨਸ਼ਾ ਜੀ, ਤੇ ਆਪਣੀ ਸਭ ਤੋਂ ਵੱਡਾ ਇੱਕ ਬ੍ਰੇਨ ਡਰੇਨ ਆਈ, ਬੱਚੇ ਬਾਹਰ ਜਾ ਰਹੇ ਆਪਣੇ, ਉਹ ਵੀ ਬਹੁਤ ਵੱਡਾ ਮਸਲਾ ਜੀ। ਤੇ ਉਹ ਕਹਿੰਦੇ ਨਹੀਂ ਹੁੰਦੇ ਜਿਵੇਂ ਆਪਣੇ ਗੋਰੇ ਤਾਂ ਕੱਢੇ ਸੀ ਤੇ ਆਪਣੇ ਨਾਲ ਉੱਥੇ ਜਾ ਰਹੇ ਨੇ, ਤੇ ਬਸ ਇਹੀ ਹੈ ਜੀ। ਬਈ ਤੁਸੀਂ ਦੱਸੋ, ਉਹਨਾਂ ਦੇ ਭਤੀਜੇ ਨੂੰ ਸਰਕਾਰਾਂ ਨੇ ਹੁਸੈਨੀ ਵਾਲਾ ਵਿਖੇ ਸੈਂਕੜੇ ਏਕੜ ਜ਼ਮੀਨ ਦਿੱਤੀ ਸੀ। ਤੁਸੀਂ ਕਦੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਜ਼ਮੀਨ ਹਾਲੇ ਵੀ ਉਹਨਾਂ ਦੇ ਪਰਿਵਾਰ ਕੋਲ ਹੈਗੀ ਕਿ ਹੈ ਨਹੀਂ? ਨਹੀਂ, ਕਦੇ ਨਹੀਂ ਕੀਤੀ, ਕੋਸ਼ਿਸ਼ ਨਹੀਂ ਕੀਤੀ ਪਤਾ ਕਰਨ ਦੀ। ਉਹਨਾਂ ਬਾਰੇ ਕਦੇ ਤੁਸੀਂ ਪੜ੍ਹਿਆ? ਭਗਤ ਸਿੰਘ ਬਾਰੇ ਕਦੇ ਵਿਹਲੇ ਬੈਠੇ ਹੋ, ਕਦੇ ਗੱਲਬਾਤ ਕੀਤੀ ਹੋਵੇ, ਕਦੇ ਪੜ੍ਹਨ ਨੂੰ ਜੀ ਕੀਤਾ ਹੋਵੇ? ਸੁਣਿਆ ਹੀ ਹੈ ਵੈਸੇ, ਜਿਵੇਂ ਫਾਦਰ ਘਰਦਿਆਂ ਵਗੈਰਾ ਤੋਂ, ਉਹਨਾਂ ਬਾਰੇ ਬਹੁਤ ਕੁਝ ਸੁਣਿਆ ਤਾਂ, ਬਟ ਕਦੇ ਆਪ ਨਹੀਂ ਇੰਨੀ ਨੌਲੇਜ ਰੱਖੀ। ਹਾਂ ਜੀ। ਖਟਕੜ ਕਲਾਂ ਉਹਨਾਂ ਦਾ ਕੀ ਸੀ? ਪਿੰਡ ਸੀ ਉਹਨਾਂ ਦਾ, ਜੱਦੀ ਸਥਾਨ। ਹਾਂ ਜੀ, ਉਹ ਆਏ ਸੀ ਉੱਥੇ ਕਦੇ? ਹਾਂਜੀ ਰਹਿੰਦੇ ਹੁੰਦੇ ਸੀ, ਘਰ ਸੀ ਉਹਨਾਂ ਦਾ, ਕਹਿੰਦੇ ਉਹਨਾਂ ਦਾ ਜੱਦੀ ਪਿੰਡ ਸੀਗਾ? ਜੱਦੀ ਪਿੰਡ। ਹਾਂਜੀ, ਪਰ ਉਹ ਆਪ ਉੱਥੇ ਕਦੇ ਨਹੀਂ ਸੀ ਆਏ। ਅੱਛਾ ਜੀ, ਠੀਕ ਹੈ ਜੀ। ਉਹਨਾਂ ਦਾ ਸਲੋਗਨ ਕੀ ਸੀ ਬਾਈ? ਬਾਈ ਜੀ ਸਲੋਗਨ ਕੀ ਸੀ? ਸਲੋਗਨ ਕਿਵੇਂ? ਗੋਰੇ ਬਾਗੇ ਜੀ ਕਾਲੇ ਆ ਗਏ। ਹੁਣ ਵੀ ਕੁਛ ਆ ਜੀ, ਉਹੀ ਲੋਕਾਂ ਕੋਲੇ ਹੁਣ ਪਾਵਰ ਆ, ਵੱਡੇ ਲੋਕਾਂ ਕੋਲ। ਆਮ ਲੋਕਾਂ ਨੂੰ ਕੋਈ ਨਹੀਂ ਪੁੱਛਦਾ ਜੀ, ਬੁਰਾ ਹਾਲ ਆ ਜੀ। ਬੇਰੁਜ਼ਗਾਰੀ ਕਿੰਨੀ ਆ ਤੁਸੀਂ ਦੇਖ ਲਓ। ਤੇ ਜਿਵੇਂ ਕੱਲ ਰਾਜਾ ਵੜਿੰਗ ਨੇ ਕਿਹਾ ਸੀ ਕਿ ਅੱਜ ਦੇ ਦਿਨ ਛੁੱਟੀ ਨਹੀਂ ਹੋਣੀ ਚਾਹੀਦੀ, ਜਵਾਕਾਂ ਦੇ ਸਕੂਲ ਲੱਗਣੇ ਚਾਹੀਦੇ ਤਾਂ ਕਿ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ, ਉਹਨਾਂ ਨੂੰ ਆਪਦੇ ਇਤਿਹਾਸ ਦਾ ਪਤਾ ਲੱਗੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਹੀ ਕਹੀ ਰਾਜਾ ਵੜਿੰਗ ਸਾਹਿਬ ਨੇ।
ਸਕੂਲ ਲੱਗਣੇ ਚਾਹੀਦੇ, ਕਾਲਜ ਯੂਨੀਵਰਸਿਟੀ ਬੰਦ ਆ ਜੀ, ਕਿਸੇ ਨੂੰ ਪਤਾ ਹੀ ਨਹੀਂ। ਜਾਂ ਤਾਂ ਹੋਸਟਲ 'ਚ ਪਈ ਆ ਜੀ, ਕੁਝ ਰੂਮਾਂ 'ਚ ਪਏ ਨੇ, ਕਿਸੇ ਨੂੰ ਪਤਾ ਹੀ ਨਹੀਂ। ਬਸ ਐਂ ਪਤਾ ਜੀ ਛੁੱਟੀ ਆਈ ਉਹਦੇ ਕਰਕੇ। ਸਕੂਲ ਲੱਗਣੇ ਚਾਹੀਦੇ ਜੀ, ਉਹਨਾਂ ਨੇ ਸਹੀ ਕਿਹਾ। ਇੱਥੇ ਪੜ੍ਹਦੇ ਹੋ? ਹਾਂਜੀ, ਕਿਹੜੇ ਡਿਪਾਰਟਮੈਂਟ ਦੇ ਹੋ ਤੁਸੀਂ? ਮੈਂ ਪੰਜਾਬੀ ਡਿਪਾਰਟਮੈਂਟ ਹੈ ਜੀ। ਅੱਜ ਦੇ ਦਿਨ ਛੁੱਟੀ ਹੈ? ਹਾਂਜੀ, ਕਾਹਦੀ ਛੁੱਟੀ ਹੈ ਅੱਜ? ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ ਜੀ ਅੱਜ। ਜਨਮ ਦਿਨ ਹੈ? ਹਾਂ, ਸ਼ਹੀਦੀ ਦਿਵਸ, ਸੌਰੀ। ਅੱਛਾ ਜੀ, ਪੱਕਾ ਸੋਚ ਲਓ। ਆਈ ਐਮ ਕਨਫਿਊਜ਼। ਹਾਂ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਹਾਂਜੀ। ਕਿ ਜਿਵੇਂ ਨੌਜਵਾਨਾਂ ਨੂੰ ਤੁਹਾਡੀ ਗੱਲ ਕਰ ਲਈਏ, ਆ ਨਹੀਂ ਪਤਾ ਕਿ ਅੱਜ ਜਨਮ ਦਿਵਸ ਹੈ ਜਾਂ ਸ਼ਹੀਦੀ ਦਿਹਾੜਾ ਹੈ। ਐਕਚੁਅਲ ਦੇ ਵਿੱਚ ਜਿਵੇਂ ਮੰਨ ਲਓ ਤੁਸੀਂ ਇੱਕਦਮ ਆ ਕੇ ਨਾ ਮੈਨੂੰ ਕੁਐਸਚਨ ਪੁੱਟ ਕਰਤਾ, ਕਈ ਵਾਰੀ ਕੀ ਹੁੰਦਾ ਨਾ ਮਾਈਂਡ ਸਕਿਪ ਕਰ ਜਾਂਦਾ ਇਹ ਚੀਜ਼ਾਂ ਤੋਂ। ਠੀਕ ਹੈ, ਮੈਂ ਨਹੀਂ ਕਹਿ ਸਕਦਾ ਵੀ ਮੈਨੂੰ ਪਤਾ ਨਹੀਂ ਇਹ ਚੀਜ਼ਾਂ, ਮੈਂ ਮਤਲਬ ਕਿ ਜੋ ਵੀ ਪੜ੍ਹਿਆ ਹੈਗਾ ਜਾਂ ਚੀਜ਼ਾਂ, ਕਿਉਂਕਿ ਐਗਜ਼ੈਕਟ ਡੇਟਾਂ ਕੁਝ ਪਤਾ ਨਹੀਂ ਹੁੰਦੀਆਂ ਹੈਗੀਆਂ ਇਨਸਾਨ ਨੂੰ, ਤਾਂ ਕਰਕੇ। ਚਲੋ ਮੈਂ ਤੁਹਾਨੂੰ ਦੱਸਦਾ ਹੁਣ। ਤੁਹਾਨੂੰ ਜਿਵੇਂ ਭਗਤ ਸਿੰਘ ਨੇ ਜਿਹੜੀ ਸੇਧ ਦਿੱਤੀ ਹੈ ਨੌਜਵਾਨਾਂ ਨੂੰ, ਤੁਹਾਨੂੰ ਲੱਗਦਾ ਨੌਜਵਾਨ ਉਹ ਸੇਧ ਤੇ ਤੁਰ ਰਿਹਾ? ਨਹੀਂ, ਕੋਈ ਨਹੀਂ ਤੁਰ ਰਿਹਾ ਅੱਜ ਕੱਲ੍ਹ। ਐਕਚੁਅਲ ਦੇ ਵਿੱਚ ਸਵਾਰਥ ਇੰਨਾ ਹੋ ਚੁੱਕਿਆ, ਇਨਸਾਨ ਆਪਣੇ ਆਪ ਤੋਂ ਬਾਹਰ ਕੁਝ ਸੋਚ ਹੀ ਨਹੀਂ ਰਿਹਾ। ਸਿਰਫ ਉਹਨੂੰ ਆਪਣੇ ਬਾਰੇ ਹੀ ਜੋ ਕੁਝ ਚਾਹੀਦਾ ਉਹ ਆਪਣੀ, ਮੰਨ ਲਓ ਇਹ ਕਹਿ ਸਕਦੇ ਆਪਣੀ ਹੋਂਦ ਦੇ ਲਈ ਉਹ ਕੰਮ ਕਰ ਰਿਹਾ। ਉਹਨੂੰ ਕੋਈ ਸਮਾਜ ਸੇਵਾ ਜਾਂ ਕੁਝ ਹੈਗੇ ਆ ਲੋਕ, ਆਪਾਂ ਇਹ ਵੀ ਨਹੀਂ ਕਹਿ ਸਕਦੇ, ਇਹ ਚੀਜ਼ਾਂ ਤੋਂ ਮੁੱਕਰ ਨਹੀਂ ਸਕਦੇ। ਬਟ ਸਿਰਫ ਮੈਂ ਇਹ ਸੋਚਦਾ ਹੈਗਾ, ਮੇਰੀ ਹੋ ਸਕਦਾ ਸ਼ਾਇਦ ਮੈਂ ਗਲਤ ਸੋਚਦਾ ਹਾਂ, ਮੋਸਟਲੀ ਅੱਜ ਕੱਲ੍ਹ 90% ਯੂਥ ਇਹ ਸੋਚਦਾ ਹੈਗਾ ਵੀ ਫੋਰਨ ਜਾਣਾ ਹੈ ਜਾਂ ਮੰਨ ਲਓ ਆਪਦਾ ਕੈਰੀਅਰ ਸੈੱਟ ਕਰਨਾ। ਇਹ ਮਾੜੀ ਗੱਲ ਵੀ ਨਹੀਂ ਗੀ, ਬਟ ਸਾਡਾ ਦਿਮਾਗ ਹੀ ਇੰਨਾ ਮੀਡੀਆ ਨੇ, ਮੰਨ ਲਓ ਕਹਿ ਸਕਦੇ ਫੋਨ ਚੀਜ਼ਾਂ ਨੇ, ਇਹਨਾਂ ਨੇ ਬਲੌਕ ਕਰ ਚੁੱਕਿਆ ਹੈਗਾ ਵੀ ਅਸੀਂ ਇਹ ਚੀਜ਼ਾਂ ਪਾਸੇ ਸੋਚ ਹੀ ਨਹੀਂ ਪਾ ਰਹੇ। 23 ਸਾਲਾਂ ਦੀ ਉਮਰ 'ਚ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ ਆਜ਼ਾਦੀ ਪਿੱਛੇ। ਹਾਂਜੀ, ਤੇ ਜਿਵੇਂ ਤੁਸੀਂ ਦੱਸਿਆ ਆਪਣਾ ਜਿਹੜਾ ਹੁਣ ਅੱਜ ਦਾ ਨੌਜਵਾਨ ਹੈ, ਹੁਣ ਦਾ ਹੈ, ਨਾ ਤਾਂ ਉਹਨਾਂ ਦੀ ਦਿੱਤੀ ਸੇਧ ਤੇ ਚੱਲ ਰਿਹਾ ਹੈ, ਬਲਕਿ ਬਾਹਰ ਨੂੰ ਭੱਜ ਰਿਹਾ ਆਪਦੀ ਥਾਂ ਛੱਡ ਕੇ। ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਸਿਚੁਏਸ਼ਨ ਹੈ ਜੀ, ਉਸ ਟਾਈਮ ਦੀ ਹਾਲਾਤ, ਜਿਸ ਟਾਈਮ ਉਹਨਾਂ ਨੂੰ ਫਾਂਸੀ ਦਿੱਤੀ ਗਈ ਜਾਂ ਉਸ ਟਾਈਮ ਦੀ ਹੋਰ ਸਿਚੁਏਸ਼ਨ ਸੀਗੀ। ਅੱਜ ਮੰਨ ਲਓ ਆਪਾਂ ਮੈਂ ਇਹ ਕਹਿ ਸਕਦਾ ਕਿ ਅੱਜ ਦੀ ਸਿਚੁਏਸ਼ਨ ਹੋਰ ਹੈ। ਅੱਜ ਮੰਨ ਲਓ ਜਿਹੜਾ ਪੰਜਾਬ ਕਰ ਲਓ ਜਾਂ ਇੰਡੀਆ ਕਰ ਲਓ, ਇਹਦੇ ਵਿੱਚ ਕੀ ਹੈਗਾ, ਮੋਸਟਲੀ ਜਿਹੜੇ ਵੀ ਮੰਨ ਲਓ ਸਾਡੇ ਅਹੁਦੇਦਾਰ ਵੱਡੇ ਲੀਡਰ ਨੇ, ਸਰਮਾਏਦਾਰ ਨੇ, ਉਹਨਾਂ ਦਾ ਮਕਸਦ ਸਾਡਾ ਕੋਈ ਸੁਧਾਰ ਕਰਨਾ ਨਹੀਂਗਾ। ਉਹਨਾਂ ਦਾ ਮਕਸਦ ਜਾਂ ਤਾਂ ਆਪਦੀ ਮੰਨ ਲਓ ਕਹਿ ਸਕਦੇ ਵੀ ਪੋਸਟ ਬਚਾਉਣਾ ਹੈਗਾ, ਜਾਂ ਫਿਰ ਆਪਣਾ ਮੰਨ ਲਓ ਲੋਕਾਂ ਦਾ ਘਾਣ ਕਰਨੀ। ਮੈਂ ਤਾਂ ਦੇਖਿਆ ਨਹੀਂਗਾ, ਜਿਵੇਂ ਹੁਣ ਮੰਨ ਲਓ ਕਹਿ ਸਕਦੇ ਆਪਾਂ ਜਿਵੇਂ ਆਮ ਆਦਮੀ ਪਾਰਟੀ ਐਡਾ ਬਹੁਤਾ ਬਦਲਾਅ ਆਇਆ ਹੈਗਾ ਪੰਜਾਬ ਦੇ ਵਿੱਚ, ਹੋ ਸਕਦਾ ਕੁਝ ਹੋ ਜੇ, ਪਰ ਮੇ ਵੀ ਇੰਨਾ ਨਹੀਂ ਜਿੰਨੀ ਮੰਨ ਲਓ ਲੋਕਾਂ ਨੇ ਸੋਚ ਰੱਖ ਰੱਖੀ ਹੈ, ਜਾਂ ਜਿੰਨਾ ਐਡਵਾਂਸ ਸੋਚ ਰਹੇ ਵੀ ਕੁਝ ਬਹੁਤ ਜ਼ਿਆਦਾ ਵੱਡਾ ਚੇਂਜ ਆ ਜਾਊਗਾ। ਉਹ ਬੇਸਿਕ ਚੀਜ਼ਾਂ ਨੇ, ਮੰਨ ਲਓ ਸਿੱਖਿਆ, ਐਜੂਕੇਸ਼ਨ, ਇਹ ਪਹਿਲਾਂ ਹੀ ਬਹੁਤ ਵਧੀਆ ਹੋਣੀ ਚਾਹੀਦੀ ਸੀ। 70 ਸਾਲ ਹੋ ਗਏ ਆਪਾਂ ਨੂੰ ਆਜ਼ਾਦ ਹੋਇਆ ਨੂੰ, ਹਜੇ ਤੱਕ ਵੀ ਆਪਾਂ ਉਹੀ ਚੀਜ਼ਾਂ ਸੋਚ ਰਹੇ ਹਾਂ ਵੀ ਸਾਡੀ ਐਜੂਕੇਸ਼ਨ ਨਹੀਂ ਹੋ ਰਹੀ, ਸਾਡਾ ਹੈਲਥ ਹੈ, ਇਹ ਹੈ, ਉਹ ਹੈ। ਫਿਰ ਇਹਦਾ ਮਤਲਬ ਕਹਿ ਸਕਦੇ ਹਾਂ ਆਪਾਂ ਵੀ ਆਜ਼ਾਦੀ ਇਹ ਚੀਜ਼ਾਂ ਲਈ ਸੀਗੀ। ਉਹ 70 ਸਾਲਾਂ ਦੇ ਵਿੱਚ ਜਿਹੜੀ ਆਜ਼ਾਦੀ ਸੀਗੀ ਉਹ ਸਾਨੂੰ ਨਹੀਂ ਮਿਲੀ ਹਜੇ ਤੱਕ। ਤਾਂ ਜਿਵੇਂ ਤੁਹਾਨੂੰ ਪਤਾ ਨਹੀਂ ਸੀ ਹੈ ਨਾ, ਗੱਲ ਕਰੀਏ ਕਿ ਹਾਂ ਅੱਜ ਦੇ ਦਿਨ ਜਨਮ ਦਿਨ ਹੈ ਜਾਂ ਸ਼ਹੀਦੀ ਦਿਹਾੜਾ ਹੈ, ਤੁਹਾਨੂੰ ਲੱਗਦਾ ਅੱਜ ਦੇ ਦਿਨ ਛੁੱਟੀ ਦੀ ਬਜਾਏ ਸਕੂਲ ਲੱਗ ਕੇ, ਕਾਲਜ ਲਗਾ ਕੇ ਜਵਾਕਾਂ ਨੂੰ ਇਤਿਹਾਸ ਬਾਰੇ ਦੱਸਿਆ ਜਾਂਦਾ? ਤੁਹਾਨੂੰ ਲੱਗਦਾ ਆਹ ਚੀਜ਼ ਹੋਣੀ ਚਾਹੀਦੀ? ਕਿਤੇ ਨਾ ਕਿਤੇ ਗਲਤੀਆਂ ਆਪਣੀਆਂ। ਦੇਖੋ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਮੈਂ ਇਹ 'ਤੇ ਕੁਝ ਕਹਿ ਨਹੀਂ ਸਕਦਾ, ਕਿਉਂਕਿ ਜਿਵੇਂ ਅੱਜ ਛੁੱਟੀ ਕਰਤੀ, ਛੁੱਟੀ ਕਰਨਾ ਵੀ ਕੋਈ ਵੱਡੀ ਗੱਲ ਨਹੀਂ ਗੀ। ਬਾਕੀ ਰਹੀ ਗੱਲ ਜਿਵੇਂ ਕਹਿੰਦੇ ਆ ਵੀ ਆਪਾਂ ਬੱਚਿਆਂ ਨੂੰ ਇਤਿਹਾਸ ਲਈ ਦੱਸਿਆ ਜਾਵੇ, ਇੱਕ ਦਿਨ ਦੱਸੇ ਨਾਲ ਕੀ ਹੋ ਜੂਗਾ? ਇੱਕ ਦਿਨ ਦੱਸੇ ਨਾਲ ਕੋਈ ਫਰਕ ਨਹੀਂ ਪੈਣਾ। ਇੱਕ ਦਿਨ ਆਪਾਂ ਜੇ ਇਤਿਹਾਸ ਦੱਸ ਦਈਏ, ਨਾ ਹੀ ਬੱਚੇ ਇੰਟਰਸਟਡ ਅੱਜ ਕੱਲ੍ਹ ਇਤਿਹਾਸ ਸੁਣਨ ਦੇ ਵਿੱਚ, ਤੁਸੀਂ ਦੇਖ ਹੀ ਰਹੋਗੇ। ਠੀਕ ਹੈ, ਅੱਜ ਕੱਲ੍ਹ ਬੱਚਿਆਂ ਕੋਲੇ ਟਾਈਮ ਹੀ ਹੈ ਨਹੀਂਗਾ, ਮਾਂ-ਬਾਪ ਕੋਲੇ ਬੱਚਿਆਂ ਲਈ ਟਾਈਮ ਹੈ ਨਹੀਂਗਾ ਪ੍ਰੋਪਰ। ਜੇ ਦੇਖੀਏ ਸ਼ਹਿਰ ਦੇ ਵਿੱਚ ਕੋਈ, ਕਿਉਂਕਿ ਮੈਂ ਉਹੀ ਕਹਿ ਰਿਹਾ ਨਾ ਗਾ, ਹਰ ਕੋਈ ਜਿਹੜਾ ਸੋਚ ਹੈਗੀ ਉਹ ਸੋਚ ਨਹੀਂ ਰਹੀ ਜਿਹੜੀ ਨੂੰ ਆਪਾਂ ਲੈ ਕੇ ਮੰਨ ਲਓ ਗੱਲਾਂ ਕਰ ਰਹੇ ਹਾਂ, ਜਾਂ ਪਿੱਛੇ ਭਗਤ ਸਿੰਘ ਦੀ ਗੱਲ ਕਰ ਰਹੇ ਹਾਂ। ਬਹੁਤ ਟਾਈਮ ਹੋ ਗਿਆ, ਉਹ ਸੋਚ ਬਦਲਣੀ ਚਾਹੀਦੀ ਮੇ ਵੀ। ਤੇ ਰਹੀ ਗੱਲ ਮੰਨ ਲਓ, ਹਾਂ ਮੇਰੇ ਅਕੋਰਡਿੰਗ ਤਾਂ ਇਹ ਹੈ ਵੀ ਮੰਨ ਲਓ, ਕਿਉਂਕਿ ਮੇਰੇ ਇਕੱਲੇ ਦੇ ਨਾਲ ਜਾਂ ਕਹਿਣ ਦੇ ਨਾਲ ਕੁਝ ਨਹੀਂ ਹੋਣਾ। ਜਿਵੇਂ ਮੰਨ ਲਓ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ, ਜਾਂ ਠੀਕ ਹੈ, ਹੋ ਸਕਦਾ ਤੁਸੀਂ ਇਹ ਚੀਜ਼ਾਂ ਦਿਖਾਓਗੇ ਜਾਂ ਕਰੋਗੇ, ਇਹ ਫਿਰ ਲੋਕਾਂ ਨੇ ਸੁਣ ਕੇ ਚੁੱਪ ਕਰ ਦੇਣਾ ਜੀ। ਤਾਂ ਤੁਸੀਂ ਅੱਜ ਜਾ ਕੇ ਪੜ੍ਹੋਗੇ ਕਿ ਨਾ? ਮੈਂ ਤਾਂ ਡੇਲੀ ਪੜ੍ਹਨ ਆਉਣਾ ਜੀ। ਨਹੀਂ, ਭਗਤ ਸਿੰਘ ਬਾਰੇ ਪੜ੍ਹੋਗੇ? ਨਹੀਂ ਨਹੀਂ ਨਹੀਂ, ਮੈਨੂੰ ਮਹਿਸੂਸ ਹੀ ਨਹੀਂ ਹੁੰਦਾ ਗਾ। ਮੈਂ ਇਹ ਮੰਨਦਾ ਹੈਗਾ ਉਹਨਾਂ ਨੇ ਸਾਡੇ ਲਈ ਕੁਰਬਾਨੀ ਕੀਤੀ ਹੈਗੀ, ਨੋ ਡਾਊਟ, ਬਹੁਤ ਚੰਗੀ ਗੱਲ ਹੈਗੀ, ਠੀਕ ਹੈ, ਬਟ ਮੈਂ ਉਹਨਾਂ ਦੀ ਦਿਲੋਂ ਇੱਜ਼ਤ ਕਰਦਾ। ਪੜ੍ਹਨਾ ਕੀ ਹੋ ਜਾਣਾ ਜੀ? ਤਾਂ ਉਹਨਾਂ ਬਾਰੇ ਜਾਣਕਾਰੀ ਨਹੀਂ ਲੈਣਾ ਚਾਹੋਗੇ? ਕੌਣ ਸੀਗੇ ਉਹ? ਜਾਣਕਾਰੀ ਹੈ ਮੈਨੂੰ, ਠੀਕ ਹੈ, ਜਿਵੇਂ ਉਹਨਾਂ ਦੇ ਚਾਚਾ ਜੀ ਨੇ ਪਗੜੀ ਸੰਭਾਲ ਜੱਟਾ ਲਹਿਰ ਚਲਾਈ, ਠੀਕ ਹੈ, ਉਹਨਾਂ ਨੇ ਇਨਕਲਾਬ ਜਿੰਦਾਬਾਦ। ਉਹਨਾਂ ਦਾ ਨਾਮ ਭਗਤ ਸਿੰਘ ਕਿਉਂ ਪਿਆ ਸੀ?
ਸ਼ਾਇਦ ਉਹ ਮੇਬੀ ਮੈਂ ਜਿਹੜਾ ਇੱਕ ਪੜ੍ਹਿਆ ਸੀਗਾ ਆਰਟੀਕਲ ਉਹਦੇ ਵਿੱਚ ਸੀਗਾ ਉਹ ਕਿਤੇ ਮੰਨ ਲਓ ਖੇਤੀ ਕਰ ਰਹੇ ਸੀ ਸ਼ਾਇਦ ਉਹਦੀ ਕਿ ਉਹਨਾਂ ਤੋਂ ਪੁੱਛਿਆ ਗਿਆ ਵੀ ਕੀ ਕਰ ਰਹੇ ਤੁਸੀਂ ਤਾਂ ਉਸ ਟਾਈਮ ਦੇ ਵਿੱਚ ਉਹ ਕਹਿ ਰਹੇ ਸੀ ਮੈਂ ਇਨਕਲਾਬ ਬੀਜ ਰਿਹਾਗਾ ਬੋਝ ਰਿਹਾਗਾ ਸ਼ਾਇਦ ਉਸ ਟਾਈਮ ਪਿਆ ਸੀਗਾ ਉਹਨਾਂ ਦਾ ਨਾਂ ਭਗਤ ਸਿੰਘ ਪਿਆ ਸੀ ਕਿਉਂਕਿ ਉਹਨਾਂ ਦੇ ਚਾਚਾ ਜੀ ਉਸੇ ਦਿਨ ਛੁੱਟ ਕੇ ਆਏ ਸੀ ਜੇਲ੍ਹ ਚੋਂ ਜਿਸ ਦਿਨ ਉਹ ਹੋਏ ਸੀ ਤਾਂ ਉਹਨਾਂ ਨੂੰ ਭਾਗਾਂ ਵਾਲੇ ਮੰਨਿਆ ਜਾਂਦਾ ਸੀ। ਓਕੇ 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 ਠੀਕ ਹੈ ਜੀ। ਚਲੋ ਠੀਕ ਹੈ ਭਾਈ ਜੀ, ਧੰਨਵਾਦ। ਹੈਲੋ, ਕੀ ਨਾਮ ਹੈ ਤੁਹਾਡਾ? ਪ੍ਰਭਦੀਪ ਕੌਰ। ਪ੍ਰਭਦੀਪ, ਇੱਥੇ ਪੜ੍ਹਦੇ ਹੋ ਤੁਸੀਂ? ਹਾਂ, ਇੱਥੇ ਪੜ੍ਹਦੀ ਹਾਂ। ਪ੍ਰਭਦੀਪ, ਅੱਜ ਦੇ ਦਿਨ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਨ ਦੀਸ ਟਾਈਮਸ ਵੈਸੇ ਇਟ ਇਜ਼ ਹਾਰਡ ਟੂ ਫੋਲੋ ਜਾਂ ਮੋਸਟ ਆਫ ਦਾ ਯੂਥ ਨੂੰ ਪਤਾ ਹੀ ਨਹੀਂ ਹੈ ਕਿ ਵਿਚਾਰਧਾਰਾ ਅਸਲ 'ਚ ਹੈ ਕੀ, ਵੀ ਅਸੀਂ ਪੜ੍ਹਾਈ ਨਾਲ ਜੁੜੀਏ ਜਾਂ ਕਿਤਾਬਾਂ ਪੜ੍ਹੀਏ। ਤਾਂ ਸਾਨੂੰ ਉਹਨਾਂ ਦੀ ਇਹੀ ਹੈ ਕਿ ਅਸੀਂ ਪੜ੍ਹਾਈ ਨਾਲ ਜਿੰਨਾ ਜੁੜੀਏ ਓਨਾ ਅਸੀਂ ਗਰੋ ਕਰ ਸਕਦੇ ਹਾਂ, ਆਪਣੀ ਸੁਸਾਇਟੀ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਪਰ ਅੱਜ ਦੀ ਅਗਰ ਅਸੀਂ ਦੇਖੀਏ, ਅੱਜ ਸਾਡਾ ਯੂਥ ਜਾਂ ਸਾਡੇ ਨਾਲ ਦੇ ਜਾਂ ਨਿਊ ਜਨਰੇਸ਼ਨ ਮੈਨੂੰ ਨਹੀਂ ਲੱਗਦਾ ਵੀ ਪੂਰੀ ਤਰ੍ਹਾਂ ਨਾਲ ਅਵੇਅਰ ਨੇ ਇਸ ਚੀਜ਼ ਨੂੰ ਲੈ ਕੇ। ਅਤੇ ਜੇ ਜੁੜਨਗੇ ਕਿਤਾਬਾਂ ਨਾਲ ਤਾਂ ਵਧੀਆ ਕੁਝ ਸਿੱਖ ਸਕਣਗੇ, ਲਾਈਫ ਆਪਣੀ ਕਿਵੇਂ ਅੱਗੇ ਅਸੀਂ ਲੈ ਕੇ ਜਾਣੀ ਹੈ ਅਤੇ ਆਪਣੇ ਬਾਰੇ ਜਾਣਨਗੇ, ਆਪਣੇ ਆਪ ਨੂੰ ਬਦਲਣਗੇ ਅਤੇ ਸੁਸਾਇਟੀ ਨੂੰ ਵੀ ਬਦਲਣਗੇ। ਤਾਂ ਹੀ ਭਗਤ ਸਿੰਘ ਕੋਲੋਨਿਜ਼ਮ ਦੇ ਖਿਲਾਫ ਸੀਗੇ, ਕੋਲੋਨਿਜ਼ਮ ਖਤਮ ਹੋਇਆ ਤਾਂ ਨਿਊ ਕੋਲੋਨਿਜ਼ਮ ਆ ਗਿਆ। ਤੁਹਾਨੂੰ ਲੱਗਦਾ ਜਿਹੜੀ ਵੈਲਥ ਹੈ ਹੌਲੀ ਹੌਲੀ ਡਰੇਨ ਹੋ ਰਹੀ ਹੈ ਬਾਹਰ ਨੂੰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂ, ਇਹ ਡਰੇਨ ਹੋ ਰਹੀ ਹੈ ਕਿਉਂਕਿ ਪੈਸੇ ਦੇ ਰੂਪ 'ਚ ਜੇ ਅਸੀਂ ਦੇਖੀਏ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ, ਇੱਥੋਂ ਮਾਂ-ਬਾਪ ਟੈਲੈਂਟ ਵੀ ਬਾਹਰ ਜਾ ਰਿਹਾ ਇੱਥੋਂ ਦਾ, ਪਲੱਸ ਜਿਹੜੀ ਇੱਥੇ ਦੀ ਇਕੋਨਮੀ ਹੈ ਉਹ ਵੀ ਅਸੀਂ ਬਾਹਰ ਇਨਵੈਸਟ ਕਰੀ ਜਾ ਰਹੇ ਹਾਂ। ਅਤੇ ਇਹਦੇ ਨਾਲ ਜਿਹੜਾ ਕਰਜ਼ਾ ਹੈ ਪੰਜਾਬ 'ਤੇ, ਜੇ ਅਸੀਂ ਗਵਰਨਮੈਂਟ ਇਨੀਸ਼ੀਏਟਿਵਸ ਲਏ ਜਾਂ ਇੱਥੇ ਹੀ ਅਸੀਂ ਜੋਬਸ ਜਨਰੇਟ ਕਰੀਏ ਜਾਂ ਬਿਹਤਰ ਬਣਾਈਏ ਤਾਂ ਮੈਨੂੰ ਲੱਗਦਾ ਇੱਥੇ ਹੀ ਸਰਕੂਲੇਟ ਹੋ ਸਕਦੀਆਂ ਨੇ ਚੀਜ਼ਾਂ। ਉਹ ਨਾ ਟੈਲੈਂਟ ਬਾਹਰ ਜਾਣ ਦੀ ਲੋੜ ਪਏਗੀ, ਨਾ ਹੀ ਇੱਥੋਂ ਪੈਸਾ ਬਾਹਰ ਜਾਏਗਾ। ਜਿਹੜਾ ਇੰਨੇ ਲੱਖ ਲਾ ਕੇ ਬੱਚੇ ਬਾਹਰ ਜਾਂਦੇ ਨੇ ਅਤੇ ਯੂਥ ਵੀ ਬਾਹਰ ਜਾ ਰਿਹਾ, ਪੈਸਾ ਵੀ ਬਾਹਰ ਜਾ ਰਿਹਾ। ਤਾਂ ਜਿਹੜੀਆਂ MNCs ਇੱਥੇ ਸੈਟਲ ਕੀਤੀਆਂ ਹੋਈਆਂ, MNCs ਦਾ ਆਈ ਡੋਂਟ ਨੋ ਵਾਟ ਟੂ ਸੇ ਅਬਾਊਟ ਦੈਟ। ਮੈਮ ਤੁਹਾਡਾ ਕੀ ਨਾਮ ਹੈ? ਰਾਜਪ੍ਰੀਤ। ਰਾਜਪ੍ਰੀਤ, ਆਜ਼ਾਦੀ ਦੀ ਗੱਲ ਕਰਦੇ ਹਾਂ, ਕੋਲੋਨਿਜ਼ਮ, ਜਿਵੇਂ ਮੈਂ ਇਹਨਾਂ ਨੂੰ ਪੁੱਛਿਆ, ਕੋਲੋਨਿਜ਼ਮ ਖਤਮ ਹੋ ਗਿਆ, ਨਿਊ ਕੋਲੋਨਿਜ਼ਮ ਆ ਗਿਆ, MNCs ਇੱਥੇ ਖੜੀਆਂ ਕਰ ਦਿੱਤੀਆਂ ਗਈਆਂ। ਹੌਲੀ ਹੌਲੀ ਭਾਵੇਂ ਆਪਾਂ ਜੁੱਤੇ ਪਾ ਲਈਏ ਉਸ ਬ੍ਰਾਂਡ ਦੇ, ਐਨਕਾਂ ਲਾ ਲਈਏ, ਘੜੀ ਲਾ ਲਈਏ, ਕੋਈ ਨਾ ਕੋਈ ਬ੍ਰਾਂਡ ਜਿਹੜੀ ਹੈਗੀ ਸਾਰੀਆਂ ਬਾਹਰੋਂ ਆ ਕੇ ਇੱਥੋਂ ਪੈਸੇ ਉੱਧਰ ਨੂੰ ਲੈ ਕੇ ਜਾ ਰਹੀਆਂ। ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਕਿਉਂਕਿ ਐਸੇ ਖਿਲਾਫ ਹੈ ਨਾ ਬੜੇ ਵੱਡੇ ਯੋਧੇ ਹੋਏ ਆ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ। ਤਾਂ ਸਰੀਰਕ ਤੌਰ 'ਤੇ ਭਾਵੇਂ ਆਪਾਂ ਆਜ਼ਾਦ ਹਾਂ ਪਰ ਮਾਨਸਿਕ ਤੌਰ 'ਤੇ ਹਲੇ ਵੀ ਆਪਾਂ ਆਜ਼ਾਦ ਨਹੀਂ ਹਾਂ। ਬਿਲਕੁਲ, ਅਸੀਂ ਮਾਨਸਿਕ ਪੱਖੋਂ ਇੰਨੇ ਜ਼ਿਆਦਾ ਗੁਲਾਮ ਹੋ ਚੁੱਕੇ ਹਾਂ ਬ੍ਰਾਂਡਸ ਦੇ ਕਿ ਸਿੰਪਲਿਸਿਟੀ ਦਾ ਨਾ ਹੀ ਨਹੀਂ ਕਿਤੇ, ਮਤਲਬ ਸਾਦਗੀ ਮਰ ਚੁੱਕੀ ਆ ਬਹੁਤ ਬੁਰੀ ਤਰ੍ਹਾਂ। ਅਤੇ ਹੁਣ ਜੇ ਕੋਈ ਸਾਨੂੰ ਸਾਦਾ ਦਿਖਦਾ ਵਾ ਤਾਂ ਉਹ ਸਾਨੂੰ ਯੂਨੀਕ ਲੱਗਦਾ ਵਾ, ਰਾਈਟ? ਕਿਉਂਕਿ ਸਾਰੇ ਬ੍ਰਾਂਡਡ ਪਾ ਕੇ ਮਤਲਬ ਮਾਡਲਾਂ ਵਾਂਗੂ ਜਿੱਦਾਂ ਦੇ ਮਾਡਲਸ ਹੁੰਦੇ ਨੇ ਉੱਦਾਂ ਬਣ ਠਣ ਕੇ ਰਹਿਣ ਨੂੰ ਬੜਾ ਸਹੀ ਮੰਨਦੇ ਨੇ। ਮਤਲਬ ਮੁੱਛਾਂ ਚੜ੍ਹਾ ਲੀਆਂ, ਪੱਗ ਉਹ ਜਿਹੀ ਬੰਨ੍ਹ ਲਈ ਤਾਂ ਜੀ ਅਸੀਂ ਫੋਲੋਅਰ ਹੋ ਗਏ ਭਗਤ ਸਿੰਘ ਦੇ, ਹੈ ਨਾ? ਅਤੇ ਪਰ ਉਹਦੀ ਵਿਚਾਰਧਾਰਾ ਸਮਾਜਵਾਦ ਦੀ ਵਿਚਾਰਧਾਰਾ ਸੀਗੀ। ਸਾਰੇ ਮਤਲਬ ਕਿ ਇੱਕ ਹਾਂ ਬਰਾਬਰਤਾ ਆਵੇ ਸਮਾਜ ਵਿੱਚ, ਹੈ ਨਾ? ਸਭ ਦਾ ਸਾਂਝਾ ਹੋਵੇ ਜੋ ਹੋਵੇ, ਹੈ ਨਾ? ਅਤੇ ਪਰ ਉਹਨੂੰ ਨਹੀਂ ਕੋਈ ਫੋਲੋ ਕਰ ਰਿਹਾ, ਨਾ ਕੋਈ ਕਰਨਾ ਚਾਹੁੰਦਾ, ਕਿਉਂਕਿ ਫਿਰ ਜਿਹੜੇ ਭੇਦ ਨੇ ਜਿਹੜੇ ਫਿਰ ਉਹਨਾਂ ਦੀ ਉਹਦੇ ਲਈ ਨੇ, ਉਹਨਾਂ ਦੀ ਠੁੱਕ ਲਈ ਨੇ ਕਿ ਇਹ ਭੇਦ ਤਾਂ ਰਹਿਣੇ ਚਾਹੀਦੇ ਨੇ। ਫਿਰ ਉਹਨਾਂ ਦੀ ਤੂਤੀ ਕਿਵੇਂ ਬੋਲੂਗੀ, ਕਹਿ ਸਕਦੇ ਹਾਂ ਨਾ? ਕੋਈ ਇੱਥੇ ਮੈਨੂੰ ਨਹੀਂ ਲੱਗਦਾ ਸਮਾਜਵਾਦ ਨੂੰ ਲਿਆਉਣਾ ਚਾਹੂਗਾ। ਜਿਵੇਂ ਇੰਨੇ ਵੱਡੇ ਸ਼ਹੀਦ ਹੋਏ ਆ, ਨੌਜਵਾਨਾਂ ਦੀ ਗੱਲ ਕਰੀਏ, ਅਸੀਂ ਵੀ ਜੇ ਕਿਸੇ ਨਾਲ ਗੱਲ ਕਰਦੇ ਹਾਂ, ਕਈਆਂ ਨੂੰ ਤਾਂ ਇਹ ਨਹੀਂ ਪਤਾ ਕਿ ਅੱਜ ਕੀ ਹੈ, ਇਹ ਨਹੀਂ ਪਤਾ ਅੱਜ ਸ਼ਹੀਦੀ ਦਿਹਾੜਾ ਹੈ ਕਿ ਅੱਜ ਦੇ ਦਿਨ ਉਹਨਾਂ ਦਾ ਜਨਮ ਹੋਇਆ ਸੀ। ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੂੰ ਬੇਸਿਕ ਨੌਲੇਜ ਹੀ ਨਹੀਂ ਹੈਗੀ ਭਗਤ ਸਿੰਘ ਬਾਰੇ। ਤੁਸੀਂ ਕੀ ਕਹਿਣਾ ਚਾਹੋਗੇ? ਨੌਜਵਾਨ ਕਿੱਧਰ ਨੂੰ ਜਾ ਰਿਹਾ? ਬਸ ਆਹੀ ਸ਼ੋਅ ਆਫ, ਬ੍ਰਾਂਡਸ, ਨਸ਼ੇ, ਬਸ ਇਹੀ ਚੀਜ਼ਾਂ ਨੇ। ਪੜ੍ਹਨ ਤੋਂ ਤਾਂ ਕੰਨੀ ਕਤਰਾਉਂਦੇ ਨੇ, ਜੋ ਸਾਨੂੰ ਸਹੀ ਸੇਧ ਦਿੰਦਾ ਆ ਉਹਦੇ ਤੋਂ ਤਾਂ ਭੱਜਦੇ ਨੇ ਸਾਰੇ। ਬਾਈ ਜੀ, ਤੁਸੀਂ ਭਗਤ ਸਿੰਘ ਬਾਰੇ ਕਿੰਨਾ ਕੁ ਜਾਣਦੇ ਹੋ?
ਮੇਰੀ ਨਜ਼ਰ 'ਚ ਭਗਤ ਸਿੰਘ ਇਤਿਹਾਸ ਵਿੱਚ ਇੱਕ ਬੜਾ ਕਹਿ ਲਓ ਕਿ ਵੀ ਵੱਡਾ ਚਿੰਨ੍ਹ ਹੈਗਾ। ਉਹ ਪੰਜਾਬ ਦੀ ਜਾਂ ਭਾਰਤ ਦੀ ਗੱਲ ਕਰੀਏ ਤਾਂ ਉਹ ਸਾਨੂੰ ਉਹਦੇ ਵਿੱਚ ਦੋ ਧਰਾਵਾਂ ਦਾ ਸੁਮੇਲ ਮਿਲਦਾ ਆ, ਪੱਛਮ ਦਾ ਵੀ ਤੇ ਪੂਰਬ ਦਾ ਵੀ। ਮੇਰੀ ਨਜ਼ਰ 'ਚ ਮੈਨੂੰ ਲੱਗਦਾ ਹੁੰਦਾ ਕਿ ਜਿਸ ਤਰ੍ਹਾਂ ਉਹ ਇੱਕ ਕਮਿਊਨਿਸਟ ਆਈਡੀਓਲੋਜੀ ਤੋਂ ਪ੍ਰਭਾਵ ਸੀ ਜਾਂ ਉਹਦਾ ਇੱਕ ਪ੍ਰਤੀਬੱਧ ਮੈਂਬਰ ਸੀਗਾ, ਉਹ ਇੱਕ ਪੱਛਮ ਦਾ ਜਿਹੜਾ ਵਿਚਾਰਧਾਰਾਈ ਢਾਂਚਾ ਸੀਗਾ ਮਾਰਕਸਿਜ਼ਮ ਦਾ, ਹੈ ਨਾ, ਉਹਨੇ ਖਿੱਚਿਆ ਉਹਨੂੰ, ਹੈ ਨਾ, ਉਹ ਇੱਧਰ ਉਹਨੇ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇੱਕ ਬਿਹਤਰ ਸਮਾਜ ਦੀ ਸਾਰੇ ਕਹਿ ਲਓ ਵੀ ਵਰਗਗਤ ਜਿਹੜੇ ਟਕਰਾਅ ਨੇ ਉਹਨਾਂ ਨੂੰ ਅੱਗੇ ਜਾ ਕੇ ਇੱਕ ਸਮਾਜਵਾਦੀ ਸਮਾਜ ਦੀ ਸਥਾਪਨਾ ਕੀਤੀ ਜਾਵੇ। ਦੂਜੇ ਪਾਸੇ ਉਹਦੇ ਜਿਹੜਾ ਇੱਕ ਮੈਨੂੰ ਲੱਗਦਾ ਹੁੰਦਾ ਵੀ ਸ਼ਹੀਦੀ ਜਿਹੜੀ ਹੈਗੀ ਆ ਉਹ ਪੱਛਮ ਚੋਂ ਨਹੀਂ ਆਈ ਹੈਗੀ, ਉਹ ਪੂਰਬ ਦਾ ਇੱਕ ਕਨਸੈਪਟ ਹੈਗਾ ਆ। ਅਤੇ ਉਹਦੇ ਵਿੱਚ ਕੀ ਹੈਗਾ ਕਿ ਬੋਡੀ ਦੇ ਜਿਹੜੀ ਹੈਗੀ ਹੈ ਇਸ ਤੋਂ ਬਿਨਾ ਕੁਝ ਹੋਰ ਵੈਲਿਊ ਹੈਗੀ ਜਿਹਨੂੰ ਬਚਾਉਣ ਦੀ ਲੋੜ ਹੈਗੀ ਅਤੇ ਇਹ ਕਨਸੈਪਟ ਪੂਰਬ ਦਾ ਹੈਗਾ। ਅਤੇ ਮੈਨੂੰ ਭਗਤ ਸਿੰਘ ਇਸ ਕਰਕੇ ਹੀ ਬਹੁਤ ਚੰਗਾ ਲੱਗਦਾ ਹੁੰਦਾ ਹੈਗਾ। ਚੰਗਾ ਨਹੀਂ ਲੱਗਦਾ ਹੁੰਦਾ, ਕੋਈ ਬਹੁਤ ਵੱਡਾ ਸਾਡਾ ਨਾਇਕ ਵੀ ਹੈਗਾ ਆ ਅਤੇ ਹਰ ਜਨਰੇਸ਼ਨ ਨੂੰ ਉਹਨੇ ਪ੍ਰੇਰਨਾ ਦਿੱਤੀ ਹੈਗੀ ਕਿ ਵੀ ਜ਼ਿੰਦਗੀ ਜਿਹੜੀ ਹੈਗੀ ਉਹ ਜਿਹੜੀ ਜਿੰਨੀ ਕਿ ਦਿਖਦੀ ਹੈਗੀ ਉਸ ਤੋਂ ਬਹੁਤ ਅੱਗੇ ਪਈ ਹੈਗੀ, ਹੈ ਨਾ। ਉਹ ਉਹਦੇ ਅਨਕੌਂਸ਼ੀਅਸ 'ਚ ਵੀ ਸੀਗਾ, ਕੌਂਸ਼ੀਅਸ 'ਚ ਵੀ ਸੀਗਾ। ਤਾਂ ਅੱਜ ਦਾ ਜਿਹੜਾ ਦਿਨ ਹੈਗਾ ਇਸ ਕਰਕੇ ਮਹੱਤਵਪੂਰਨ ਹੈਗਾ ਕਿ ਉਹਨੇ ਬਚਣ ਦੇ ਕਈ ਤਰੀਕੇ ਹੁਣ, ਕਿਉਂਕਿ ਉਹ ਇੱਕ ਕਿਤੇ ਨਾ ਕਿਤੇ ਉਹਨੇ ਗੁਰੀਲਾ ਜਿਹੜੀ ਇੱਕ ਪ੍ਰਣਾਲੀ ਹੈਗੀ ਹੈ ਨਾ ਕਿ ਵੀ ਜਿੱਦਾਂ ਉਹਦਾ ਕਤਲ ਸੈਂਡਰਸ ਦਾ ਕਤਲ ਹੋਇਆ ਨਾ ਕਿ ਵੀ ਅਸੀਂ ਇਹਨਾਂ ਨੂੰ ਕੱਢੀਏ ਇੱਥੋਂ ਗੋਰਿਆਂ ਨੂੰ, ਪਰ ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਇਹ ਵੀ ਸੀਗਾ ਕਿ ਵੀ ਇਹ ਸ਼ਾਰਟਕਟ ਨਹੀਂ ਅਪਣਾਏ ਜਾ ਸਕਦੇ ਹੈਗੇ। ਮੈਨੂੰ ਲੱਗਦਾ ਨੌਜਵਾਨਾਂ ਨੂੰ ਜਿਹੜੀ ਉਹਨਾਂ ਨੇ ਸੇਧ ਦਿੱਤੀ ਹੈ, ਨੌਜਵਾਨ ਉਹ ਸੇਧ 'ਤੇ ਚੱਲਣਗੇ। ਜਦ ਕਿ ਤੁਹਾਡੇ ਨਾਲ ਬੈਠੇ ਨੇ ਆ, ਤੁਹਾਡੇ ਫਰੈਂਡਸ ਬੈਠੇ ਆ, ਇਹਨਾਂ ਨੇ ਕਿਹਾ ਕਿ ਨੌਜਵਾਨ ਨਹੀਂ ਫੋਲੋ ਕਰ ਰਿਹਾ ਤੇ ਨਾ ਹੀ ਕਰਨਾ ਚਾਹੁੰਦਾ। ਨਹੀਂ, ਸੈਂਸ ਵਿੱਚ ਫੋਲੋ ਨਹੀਂ ਕਰ ਰਿਹਾ ਜਿਸ ਤਰ੍ਹਾਂ ਉਹ ਚਾਹੁੰਦੇ ਸੀਗੇ। ਉਹ ਸਿਰਫ ਇੱਕ ਬਸ ਸ਼ੋਅ ਆਫ ਨੂੰ ਫੋਲੋ ਕਰਦੇ ਆ ਕਿ ਹਾਂਜੀ ਸਾਡਾ ਉਹ ਨਾਇਕ ਸੀ। ਉਹ ਕੀ ਕਹਿ ਕੇ ਗਿਆ ਆ, ਕੀ ਉਹ ਕਰਨਾ ਚਾਹੁੰਦਾ ਸੀ ਸਮਾਜ ਨਾਲ ਜਾਂ ਸਮਾਜ ਲਈ, ਉਸ ਚੀਜ਼ ਨੂੰ ਚੰਗੀ ਤਰ੍ਹਾਂ ਵਿੱਚ ਡੁੱਬ ਕੇ ਨਾ ਸਮਝਦੇ ਆ ਤੇ ਨਾ ਫੋਲੋ ਕਰਦੇ ਆ। ਮੈਨੂੰ ਇਸ ਤਰ੍ਹਾਂ ਲੱਗਦਾ। ਤੁਹਾਨੂੰ ਲੱਗਦਾ ਹੋਊਗੀ ਫਰਕ, ਬਦਲਾਅ ਆਊਗਾ? ਐਵੇਂ ਲੱਗਦਾ ਕਿ ਜਿਸ ਤਰੀਕੇ ਨਾਲ ਅਸੀਂ ਉਹਨਾਂ ਦਾ ਬਿੰਬ ਪੇਸ਼ ਕਰਦੇ ਹਾਂ ਨਾ ਲੋਕਾਂ ਅੱਗੇ, ਉਸ ਤਰੀਕੇ ਦੇ ਤਾਂ ਉਹ ਬਿਲਕੁਲ ਹੀ ਨਹੀਂ ਸੀ। ਅੱਜ ਤੁਸੀਂ ਰਾਜਨੀਤਿਕ ਪਾਰਟੀਆਂ ਨੂੰ ਵੇਖ ਲਓ, ਉਹਨਾਂ ਦਾ ਨਾਮ ਵਰਤਦੇ ਆ, ਇਨਕਲਾਬ ਦਾ ਨਾਮ ਵਰਤਦੇ, ਸਾਰਾ ਕੁਝ ਕਰਦੇ ਆ, ਪਰ ਉਸ ਚਿੰਨ੍ਹ ਨੂੰ ਖੁੰਡਾ ਕਰ ਦੇਣਗੇ ਇਹ। ਅਸਲ 'ਚ ਇਨਕਲਾਬ ਕੀ ਸੀਗਾ, ਅਸਲ 'ਚ ਭਗਤ ਸਿੰਘ ਕੀ ਸੀਗਾ, ਉਹਦੀ ਤਾਂ ਗੱਲ ਹੀ ਨਹੀਂ ਹੋ ਰਹੀ। ਅਸੀਂ ਪਹਿਰਾਵਾ ਦੇਖ ਲੈਂਦੇ ਹੈਗੇ ਜਾਂ ਇਹ ਦੇਖ ਲੈਂਦੇ ਹੈਗੇ ਕਿ ਵੀ ਉਹ ਇੱਕ ਉਹਨੂੰ ਗਲੈਮਰਾਈਜ਼ ਕਰ ਦਿੰਦੇ ਹੈਗੇ, ਤਾਂ ਉਸ ਤਰੀਕੇ ਨਾਲ ਲੋਕਾਂ ਤੱਕ, ਨੌਜਵਾਨਾਂ ਤੱਕ ਉਹਦੀ ਇਮੇਜ ਹੀ ਨਹੀਂ ਪਹੁੰਚ ਰਹੀ, ਤਾਂ ਉਹ ਫੋਲੋ ਕਿਵੇਂ ਕਰਨਗੇ? ਤੁਹਾਨੂੰ ਲੱਗਦਾ 23 ਸਾਲਾਂ ਦੀ ਉਮਰ 'ਚ ਉਹਨਾਂ ਨੇ ਫਾਂਸੀ ਦਿੱਤੀ ਤੇ ਨੌਜਵਾਨਾਂ 'ਚ ਕੋਈ ਬਦਲਾਅ ਆਊਗਾ? ਇਹ ਤਾਂ ਜਦ ਕਿ 70-75 ਸਾਲ ਹੋ ਗਏ ਆਜ਼ਾਦੀ ਮਿਲੇ ਨੂੰ। ਬਦਲਾਵ ਕਿ ਇਸ ਤਰੀਕੇ ਨਾਲ ਨਹੀਂ ਦਿਨ ਰਾਤ, ਮਤਲਬ ਰਾਤੋਂ ਰਾਤ ਨਹੀਂ ਆਉਂਦਾ ਹੁੰਦਾ। ਨੌਜਵਾਨੀ ਨੂੰ ਤਾਂ ਉਹਨਾਂ ਨੇ ਪ੍ਰੇਰਨਾ ਦੇਣੀ ਹੀ ਦੇਣੀ ਹੈਗੀ। ਬੇਸਿਕਲੀ ਉਹਨਾਂ ਨੇ ਇਨਕਲਾਬ ਦਾ ਜਾਂ ਇੱਕ ਨਵੇਂਪਣ ਦਾ ਜਿਹੜਾ ਇੱਕ ਰੀਤ ਤੋਰੀ ਹੈ ਨਾ ਕਿ ਚੀਜ਼ਾਂ ਨੂੰ ਬਿਲਕੁਲ ਤੁਸੀਂ ਰੱਦ ਕਰਕੇ ਉਹਨਾਂ ਨੂੰ ਨਵੇਂ ਸਿਰੋਂ ਇੱਕ ਬਿੱਤ 'ਤੇ ਖੜ੍ਹ ਕੇ ਦੇਖੋ। ਆਪਣੀ ਪਰੰਪਰਾ ਹੋਵੇ ਚਾਹੇ ਕੁਛ ਵੀ ਹੋਵੇ, ਹੈ ਨਾ, ਅਤੇ ਉਹ ਤਾਂ ਅੱਜ ਨਹੀਂ ਤਾਂ ਕੱਲ੍ਹ ਨੂੰ ਉਹ ਬਦਲਾਵ ਦੇ ਵਿੱਚ ਉਹਨਾਂ ਦਾ ਯੋਗਦਾਨ ਰਹਿਣਾ ਹੀ ਰਹਿਣਾ, ਚਾਹੇ ਅੱਜ ਆਵੇ ਚਾਹੇ ਕੱਲ੍ਹ ਆਵੇ, ਕਦੋਂ ਵੀ ਆਵੇ। ਤਾਂ ਇਹ ਸੀਗੇ ਯੂਨੀਵਰਸਿਟੀ ਦੇ ਸਟੂਡੈਂਟਸ। ਕਈਆਂ ਦਾ ਕਹਿਣਾ ਹੈ ਕਿ ਭਗਤ ਸਿੰਘ ਜਿਹੜਾ ਬਦਲਾਅ ਚਾਹੁੰਦੇ ਸੀ ਹਾਲੇ ਤੱਕ ਤਾਂ ਆਇਆ ਨਹੀਂ, ਪਰ ਨੌਜਵਾਨ ਹੌਲੀ ਹੌਲੀ ਉਹਨਾਂ ਦੇ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਉਹਨਾਂ ਦੀਆਂ ਕਈਆਂ ਗੱਲਾਂ ਨੂੰ ਫੋਲੋ ਕਰ ਰਹੇ ਆ। ਅਤੇ ਕਈਆਂ ਦਾ ਕਹਿਣਾ ਹੈ ਕਿ ਟਾਈਮ ਹੈ, ਨੌਜਵਾਨ ਇੱਥੇ ਰਹਿਣ ਦੀ ਬਜਾਏ ਬਾਹਰ ਨੂੰ ਜਾ ਰਹੇ ਆ ਅਤੇ ਬੜੀਆਂ ਚੀਜ਼ਾਂ, ਬੜੇ ਬਦਲਾਅ ਹਾਲੇ ਵੀ ਆਉਣ ਦੀ ਲੋੜ ਹੈ। ਕੈਮਰਾਮੈਨ ਮਨਪ੍ਰੀਤ ਦੇ ਨਾਲ ਸੀਰਤ ਸੰਧੂ, ਸਤਿ ਸ਼੍ਰੀ ਅਕਾਲ।